TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਆਪ ਸਭਨਾਂ ਦਾ ਪ੍ਰੋਗਰਾਮ ਦ ਬੈਨੀਪਾਲ ਸ਼ੋਅ ਵਿੱਚ ਨਿੱਘਾ ਸਵਾਗਤ। ਦੋਸਤੋ, ਇਸ ਤੋਂ ਪਹਿਲਾਂ ਕਿ ਅੱਜ ਦੀਆਂ ਖਬਰਾਂ ਅਤੇ ਉਹਨਾਂ ਦਾ ਵਿਸਥਾਰ ਉਹਨਾਂ ਦੇ ਉੱਤੇ ਗੱਲਬਾਤ ਪੇਸ਼ ਕਰਾਂ, ਸ਼੍ਰੀ ਮੁਕਤਸਰ ਸਾਹਿਬ ਦੇ ਸਾਰੇ ਸ਼ਹੀਦਾਂ ਨੂੰ ਅਸੀਂ ਆਪਣੇ ਸਮੁੱਚੇ ਪਰਿਵਾਰ ਵੱਲੋਂ ਅਦਾਰੇ ਵੱਲੋਂ ਸ਼ਰਧਾ ਦੇ ਫੁੱਲ ਸਤਿਕਾਰ ਸਹਿਤ ਭੇਂਟ ਕਰ ਰਹੇ ਹਾਂ। ਤੇ ਆਓ ਅੱਜ ਜਿਹੜੀਆਂ ਖਬਰਾਂ ਨੂੰ ਆਧਾਰ ਬਣਾਉਣਾ ਹੈ, ਸੰਖੇਪ ਦੇ ਵਿੱਚ ਹੁਣ ਉਹ ਤੁਹਾਡੇ ਨਾਲ ਸਾਂਝੀਆਂ ਕਰਾਂ। ਟਰੰਪ ਦਾ ਟਵਿੱਟਰ ਖਾਤਾ ਬੰਦ ਕਰਨ ਤੋਂ ਬਾਅਦ ਟਵਿੱਟਰ ਮੁਖੀ ਨੇ ਤੋੜੀ ਆਪਣੀ ਚੁੱਪ। ਪਾਕਿਸਤਾਨ ਵਿੱਚ ਮੰਦਰ ਨੂੰ ਅੱਗ ਲਗਾਉਣ ਦੇ ਮਾਮਲੇ ਵਿੱਚ 12 ਪੁਲਿਸ ਅਧਿਕਾਰੀ ਬਰਖਾਸਤ। ਟੈਸਲਾ ਨੂੰ 1.5 ਲੱਖ ਤੋਂ ਵੱਧ ਗੱਡੀਆਂ ਰੀਕਾਲ ਕਰਨ ਦੇ ਹੁਕਮ। ਦੁਰਾਹਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਆਇਆ ਵਿਅਕਤੀ ਕਾਬੂ। 1 ਫਰਵਰੀ ਨੂੰ ਪੇਸ਼ ਹੋਵੇਗਾ ਭਾਰਤ ਦਾ ਬਜਟ। ਖੇਤੀ ਕਾਨੂੰਨਾਂ ਦੀ ਵਾਪਸੀ ਬਗੈਰ ਕੁਝ ਵੀ ਮਨਜ਼ੂਰ ਨਹੀਂ ਕੈਪਟਨ। ਕੇਂਦਰ ਅਤੇ ਕਿਸਾਨਾਂ ਵਿਚਕਾਰ ਭਲਕੇ ਹੋਵੇਗੀ ਇੱਕ ਵਾਰ ਫਿਰ ਤੋਂ ਮੀਟਿੰਗ। ਦੋਸਤੋ, ਇਹ ਕੁਝ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਮੈਂ ਵਿਸਥਾਰ ਨਾਲ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦਾ। ਇਹਦੇ ਤੋਂ ਪਹਿਲਾਂ ਕਿ ਹਰ ਰੋਜ਼ ਦੀ ਤਰ੍ਹਾਂ ਇਹਨਾਂ ਖਬਰਾਂ ਨੂੰ ਵਿਸਥਾਰ ਸਹਿਤ ਵਿਚਾਰਾਂ, ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ। ਕਿਰਪਾ ਕਰਕੇ ਨਾਲ ਦੀ ਨਾਲ ਨੋਟੀਫਿਕੇਸ਼ਨ ਵੀ ਔਨ ਕਰ ਲੈਣਾ ਤਾਂ ਕਿ ਤੁਹਾਨੂੰ ਰੋਜ਼ਾਨਾ ਦੇ ਲਾਈਵ ਪ੍ਰੋਗਰਾਮਾਂ ਦਾ ਪਤਾ ਲੱਗਦਾ ਰਹੇ ਅਤੇ ਨਾਲ ਜਦੋਂ ਕੋਈ ਨਵਾਂ ਪ੍ਰੋਗਰਾਮ ਅਪਲੋਡ ਕਰ ਦਿੱਤਾ ਜਾਂਦਾ ਹੈ ਉਹਦੀ ਵੀ ਤੁਹਾਡੇ ਤੱਕ ਜਾਣਕਾਰੀ ਪੁੱਜਦੀ ਹੋ ਸਕੇ। ਤੇ ਆਓ ਹੁਣ ਇਹਨਾਂ ਸਾਰੀਆਂ ਖਬਰਾਂ ਦੇ ਉੱਤੇ ਵਿਸਥਾਰ ਸਹਿਤ ਗੱਲਬਾਤ ਕਰੀਏ। ਇਸ ਵਕਤ ਸੁਰਖੀਆਂ ਦੇ ਵਿੱਚ ਦੋ ਹੀ ਮੁੱਦੇ ਆ ਦੁਨੀਆ ਦੇ। ਸਭ ਤੋਂ ਪਹਿਲਾਂ ਜਿਵੇਂ ਲਗਭਗ 2-4 ਮਹੀਨੇ ਪਹਿਲਾਂ ਕੋਵਿਡ-19 ਲਗਭਗ ਚਾਰੇ ਪਾਸੇ ਹੋ ਰਹੀ ਸੀ, ਹੁਣ ਗੱਲਾਂ ਹੋ ਰਹੀਆਂ ਨੇ ਇੱਕ ਤਾਂ ਭਾਰਤ ਦੇ ਵਿੱਚ ਚੱਲ ਰਿਹਾ ਕਿਸਾਨ ਅੰਦੋਲਨ ਤੇ ਦੂਸਰੇ ਪਾਸੇ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਅਹੁਦੇ ਦੀ ਸਹੁੰ ਕਿਵੇਂ ਚੁੱਕੀ ਜਾਏਗੀ। ਰਾਸ਼ਟਰਪਤੀ ਅਹੁਦੇ ਤੋਂ ਬਰਖਾਸਤ ਹੋਣ ਵਾਲੇ, ਕਿਉਂਕਿ ਬਰਖਾਸਤ ਹੋਈ ਨਹੀਂ ਪਰ ਹੋਣ ਵਾਲੇ, ਕਿਉਂਕਿ ਹਾਲੇ ਤਲਵਾਰ ਲਟਕ ਰਹੀ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਦੇ ਖਿਲਾਫ ਦੋਸ਼ ਨਹੀਂ ਮਹਾ ਦੋਸ਼ ਦਾ ਮਤਾ ਹੇਠਲੇ ਸਦਨ ਨੇ, ਪ੍ਰਤੀਨਿਧੀ ਸਦਨ ਨੇ ਪਾਸ ਕਰ ਦਿੱਤਾ ਹੈ ਤੇ ਹੁਣ ਸੈਨੇਟ ਉਹਦੇ ਉੱਤੇ ਮੋਹਰ ਲਾਉਂਦੀ ਹੈ ਜਾਂ ਨਹੀਂ, ਹਾਲੇ ਇਹ ਵਿੱਚ ਵਿਚਾਲੇ ਪਿਆ ਹੈ। ਪਰ ਇਹ ਦੋ ਮੁੱਦੇ ਇਸ ਵਕਤ ਦੁਨੀਆ ਦੇ ਵਿੱਚ ਸਮੁੱਚੇ ਐਨ ਛਾਏ ਪਏ ਹੈ। ਹੁਣ ਮਾਈਕਰੋ ਬਲੌਗਿੰਗ ਸਾਈਟ ਹੈ ਟਵਿੱਟਰ ਨੇ ਸਭ ਤੋਂ ਪਹਿਲਾਂ ਇੱਕ ਵੱਡੀ ਕਾਰਵਾਈ ਕੀਤੀ ਸੀ, ਕਿਉਂਕਿ ਟਰੰਪ ਦਾ ਟਵਿੱਟਰ ਤੋਂ ਬਗੈਰ ਨਹੀਂ ਸੀ ਸਰਦਾ ਤੇ ਕਈ ਵਾਰੀ ਲੋਕ ਟਰੰਪ ਨੂੰ ਟਵੀਟਾਂ ਵਾਲਾ ਟਰੰਪ ਵੀ ਕਹਿੰਦੇ ਆ। ਟਵਿੱਟਰ ਦੇ ਮੁਖੀ ਨੇ ਜੈਕ ਡੋਰਸੀ, ਉਹਨਾਂ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਅਕਾਊਂਟ ਤੇ ਸਥਾਈ ਰੋਕ ਲਗਾਉਣ ਦਾ ਫੈਸਲਾ ਖਤਰਨਾਕ ਮਿਸਾਲ ਹੈ। ਇਹ ਇੱਕ ਮਾਈਕਰੋ ਬਲੌਗਿੰਗ ਸਾਈਟ ਦੀ ਅਸਫਲਤਾ ਹੈ, ਪਰ ਮਜਬੂਰਨ ਸਾਨੂੰ ਫਿਰ ਵੀ ਇਹ ਫੈਸਲਾ ਲੈਣਾ ਪਿਆ। ਟਰੰਪ ਦੇ ਅਕਾਊਂਟ ਤੇ ਸਥਾਈ ਰੋਕ ਲਾਉਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਟਵਿੱਟਰ ਦੇ ਮੁਖੀ ਨੇ ਕਿਹਾ ਕਿ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਹ ਫੈਸਲਾ ਬਹੁਤ ਸੋਚ ਸਮਝ ਤੋਂ ਬਾਅਦ ਲਿਆ ਗਿਆ ਹੈ। ਹੁਣ ਟਵਿੱਟਰ ਮੁਖੀ ਨੇ ਕਿਹਾ ਕਿ ਮੈਨੂੰ ਇਹ ਸਵੀਕਾਰ ਕਰਦੇ ਹੋਏ ਕੋਈ ਹਿਚਕਚਾਹਟ ਨਹੀਂ ਕਿ ਰਾਸ਼ਟਰਪਤੀ ਟਰੰਪ ਤੇ ਰੋਕ ਲਗਾਉਣ ਤੇ ਸਾਨੂੰ ਕੋਈ ਮਾਣ ਹੈ, ਕਿਉਂਕਿ ਕੰਟੈਂਟ ਨੂੰ ਵਧਾਉਣ ਵਿੱਚ ਮਾਈਕਰੋ ਬਲੌਗਿੰਗ ਸਾਈਟ ਦੀ ਅਸਫਲਤਾ ਹੈ। ਹਾਲਾਂਕਿ ਸਾਨੂੰ ਚੇਤਾਵਨੀ ਦੇਣ ਤੋਂ ਬਾਅਦ ਇਹ ਕਦਮ ਚੁੱਕਣਾ ਪਿਆ। ਇੱਕ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਸਾਨੂੰ ਇਹ ਫੈਸਲਾ ਕਰਨਾ ਪਿਆ। ਕਈ ਲੋਕ ਉਹ ਕਹਿੰਦੇ ਸਾਨੂੰ ਵੀ ਪਤਾ ਹੈ ਕਿ ਇਸ ਫੈਸਲੇ ਤੋਂ ਖੁਸ਼ ਨਹੀਂ ਹੋਣੇ, ਪਰ ਸਾਨੂੰ ਦੇਸ਼ ਦੀ ਸੁਰੱਖਿਆ ਸਭ ਤੋਂ ਪਹਿਲਾਂ, ਜਿਸ ਕਰਕੇ ਰਾਸ਼ਟਰਪਤੀ ਟਰੰਪ ਦਾ ਖਾਤਾ ਸਥਾਈ ਤੌਰ ਤੇ ਬੰਦ ਕਰਨਾ ਪਿਆ। ਦੱਸਣਾ ਬਣਦਾ ਹੈ ਕਿ ਟਰੰਪ ਕਈ ਵਾਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਤਰਾਜ਼ਯੋਗ ਅਤੇ ਭੜਕਾਊ ਕਮੈਂਟ ਕਰਦੇ ਰਹੇ। ਟਵਿੱਟਰ ਨੇ ਉਹਨਾਂ ਨੂੰ ਕਈ ਵਾਰ ਉਹਨਾਂ ਦੀਆਂ ਪੋਸਟਾਂ ਨੂੰ ਸਮੇਂ-ਸਮੇਂ ਤੇ ਹਟਾਇਆ ਤੇ ਫਲੈਗ ਵੀ ਕੀਤਾ। ਤੇ ਬੀਤੀ 6 ਤਰੀਕ ਨੂੰ ਅਮਰੀਕੀ ਰਾਜਧਾਨੀ ਦੇ ਵਿੱਚ ਭਿਆਨਕ ਹਿੰਸਾ ਹੋਈ ਸੀ। ਉਹਦੇ ਤੋਂ ਪਹਿਲਾਂ ਵੀ ਰਾਸ਼ਟਰਪਤੀ ਟਰੰਪ ਨੇ ਕੁਝ ਇਤਰਾਜ਼ਯੋਗ ਟਵੀਟ ਕੀਤੇ ਸਨ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਹਟਾਉਣਾ ਪਿਆ ਸੀ। ਟਵਿੱਟਰ ਤੋਂ ਬਾਅਦ ਲਗਾਤਾਰ ਇਹ ਕੰਮ ਹੀ ਚੱਲ ਪਿਆ ਕਿ ਸੋਸ਼ਲ ਮੀਡੀਆ ਦੇ ਉੱਤੋਂ ਉਹਨਾਂ ਨੂੰ ਇੱਕ ਕਰਕੇ ਬੈਨ ਕੀਤਾ ਜਾਣ ਲੱਗਿਆ ਤੇ ਹੁਣ ਅੱਜ ਸਨੈਪਚੈਟ ਨੇ ਵੀ ਉਹਨਾਂ ਨੂੰ ਬੈਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਨੂੰ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਪਹਿਲਾਂ ਹੀ ਬਲੌਕ ਕਰ ਚੁੱਕੇ ਹੈ। ਟਵਿੱਟਰ ਵੀ, ਯੂਟਿਊਬ ਵੀ, ਫੇਸਬੁੱਕ ਵੀ, ਇੰਸਟਾ ਵੀ ਤੇ ਹੁਣ ਸਨੈਪਚੈਟ ਨੇ ਰਹਿੰਦੀ ਖੂੰਹਦੀ ਕਸਰ ਕੱਢ ਦਿੱਤੀ ਹੈ। ਯੂਟਿਊਬ ਨੇ ਤਾਂ ਉਹਨਾਂ ਦੇ ਕਈ ਭਾਸ਼ਣ ਦੇ ਵੀਡੀਓ ਵੀ ਹਟਾ ਦਿੱਤੇ ਹੈ ਤੇ ਬੀਤੇ ਦਿਨੀ ਸਾਰਾ ਕੁਝ ਹੋਇਆ ਇਸ ਕਰਕੇ ਕੈਪੀਟਲ ਹਿੱਲ ਦੇ ਵਿੱਚ ਜਿਹੜੀ ਹਿੰਸਾ ਹੋਈ ਸੀ, ਜਿਸ ਦੇ ਵਿੱਚ 5 ਵਿਅਕਤੀਆਂ ਦੀ ਮੌਤ ਵੀ ਹੋਈ ਸੀ, ਉਸ ਨੂੰ ਭੜਕਾਉਣ ਦਾ ਦੋਸ਼ ਰਾਸ਼ਟਰਪਤੀ ਟਰੰਪ ਤੇ ਲੱਗਿਆ।
ਤੇ ਅਜਿਹੇ ਵਿੱਚ ਉਹਨਾਂ ਦੇ ਖਿਲਾਫ ਹਰ ਇੱਕ ਪਾਸਿਓਂ ਸਖਤੀ ਵਰਤੀ ਜਾ ਰਹੀ ਹੈ। ਅਤੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਰਾਸ਼ਟਰਪਤੀ ਨੂੰ ਆਪਣੇ ਕਾਰਜਕਾਲ ਦੇ ਦੌਰਾਨ 2 ਵਾਰ ਮਹਾਦੋਸ਼ ਦਾ ਸਾਹਮਣਾ ਕਰਨਾ ਪਿਆ ਹੋਵੇ ਅਤੇ ਸੋਸ਼ਲ ਮੀਡੀਆ ਤੋਂ ਕਿਸੇ ਰਾਸ਼ਟਰਪਤੀ ਨੂੰ ਉਹਨਾਂ ਦੇ ਅਹੁਦੇ ਤੇ ਰਹਿੰਦਿਆਂ ਬੈਨ ਕੀਤਾ ਹੋਵੇ। ਇਹ ਵੀ ਰਾਸ਼ਟਰਪਤੀ ਟਰੰਪ ਨੇ। ਹੁਣ ਤੁਸੀਂ ਦੇਖੋ ਕਿ ਆਹ ਹਫ਼ਤਾ 10 ਦਿਨਾਂ ਦੇ ਵਿੱਚ ਜਿਹੜੀ ਬਦਨਾਮੀ ਰਾਸ਼ਟਰਪਤੀ ਟਰੰਪ ਨੇ ਖੱਟ ਲਈ ਹੈ, ਜਿਹੜੀ ਕਿਰਕਰੀ ਰਾਸ਼ਟਰਪਤੀ ਟਰੰਪ ਨੇ ਕਰਾਈ ਹੈ, ਇਹ ਇੱਕ ਇਤਿਹਾਸ ਦੇ ਵਿੱਚ ਦਰਜ ਰਹੇਗੀ। ਤੇ ਦੂਸਰੀ ਗੱਲ, ਜਦੋਂ ਲੋਕਤੰਤਰ ਦੇ ਵਿੱਚ ਕੋਈ ਜਿੱਤਦਾ ਜਾਂ ਲੋਕਤੰਤਰ ਦੇ ਵਿੱਚ ਹਾਰਦਾ, ਜਿੱਤਣ ਵਾਲਾ ਜਿੱਤ ਦੇ ਜਸ਼ਨ ਮਨਾਉਂਦਾ ਤੇ ਹਾਰ ਵਾਲਾ ਹਾਰ ਸਵੀਕਾਰ ਕਰਦਾ। ਹਾਲੇ ਤੱਕ ਵੀ ਰਾਸ਼ਟਰਪਤੀ ਟਰੰਪ ਨੂੰ ਇਹ ਗੱਲ ਗਵਾਰਾ ਨਹੀਂ। ਕੁਝ ਉਹਨਾਂ ਦੇ ਸਮਰਥਕ ਵੀ ਨੇ, ਉਹਨਾਂ ਨੂੰ ਵੀ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਕਿ ਕੋਈ ਰਾਸ਼ਟਰਪਤੀ ਟਰੰਪ ਦੇ ਖਿਲਾਫ ਬੋਲੇ ਜਾਂ ਸੋਸ਼ਲ ਮੀਡੀਆ ਉਹਨਾਂ ਨੂੰ ਆਪਣੇ ਪਲੇਟਫਾਰਮ ਤੋਂ ਬੈਨ ਕਰੇ। ਆ ਬੀਤੇ ਦਿਨੀ ਤਾਂ ਉਹਨਾਂ ਨੇ ਜਿਸ ਦਿਨ ਕਹਿੰਦੇ ਸੀ ਕਿ ਇੰਪੀਚਮੈਂਟ ਦਾ ਮੁਕੱਦਮਾ ਪ੍ਰਕਿਰਿਆ ਸ਼ੁਰੂ ਕੀਤੀ ਜਾਣੀ ਹੈ, ਉਹਦੇ ਤੋਂ ਪਹਿਲਾਂ ਵੀ ਬੀਤੇ ਮੰਗਲਵਾਰ ਨੂੰ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਜੇਕਰ ਅਜਿਹਾ ਕੀਤਾ ਗਿਆ ਤਾਂ ਮੇਰੇ ਸਮਰਥਕ ਵੱਡੀ ਗਿਣਤੀ ਵਿੱਚ ਇਸ ਦਾ ਵਿਰੋਧ ਕਰਨਗੇ ਤੇ ਇਹਦੇ ਨਤੀਜੇ ਗੰਭੀਰ ਭੁਗਤਣੇ ਪੈ ਸਕਦੇ ਆ। ਉਹਦੇ ਤੋਂ ਬਾਅਦ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਸਮਾਗਮ ਤੋਂ ਬਾਅਦ ਵੱਡੇ ਪੱਧਰ ਤੇ ਇਸ ਵਕਤ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਨੇ। ਹਜ਼ਾਰਾਂ ਦੀ ਗਿਣਤੀ ਵਿੱਚ ਸੁਰੱਖਿਆ ਦਸਤੇ ਤੈਨਾਤ ਕੀਤੇ ਜਾ ਰਹੇ ਨੇ ਤਾਂ ਕਿ ਕੋਈ ਵੀ 20 ਜਨਵਰੀ ਨੂੰ ਅਣਸੁਖਾਵੀ ਘਟਨਾ ਨਾ ਵਾਪਰੇ। ਤੁਸੀਂ ਦੇਖੋ ਕਿ ਅਮਰੀਕਾ ਵਰਗੇ ਮੁਲਕ ਦੇ ਵਿੱਚ ਜੇਕਰ ਇੰਜ ਹੋ ਰਿਹਾ ਹੈ ਤਾਂ ਜਿਹੜੇ ਮੁਲਕ ਹਲੇ ਡਿਵੈਲਪ ਹੋ ਰਹੇ ਨੇ ਤੇ ਉੱਥੇ ਫਿਰ ਕੀ ਹੋਵੇਗਾ। ਆਪਣੇ ਆਪ ਦੇ ਵਿੱਚ ਬਹੁਤ ਵੱਡੀ ਅਤੇ ਚਿੰਤਾਜਨਕ ਸਥਿਤੀ ਦੇ ਵਿੱਚ ਅਮਰੀਕਾ ਅਤੇ ਦੁਨੀਆ ਦੇ ਲੋਕਤੰਤਰ ਨੂੰ ਪਾ ਦਿੱਤਾ ਹੈ। ਕਿਉਂਕਿ ਜਦੋਂ ਲੋਕ ਅਮਰੀਕਾ ਵੱਲ ਵੇਖਦੇ ਆ, ਕੱਲ੍ਹ ਨੂੰ ਜਿਹੜੇ ਛੋਟੇ ਮੁਲਕ ਜਿਹੜੇ ਕੁਰਸੀ ਦੀ ਭੁੱਖ ਰੱਖਣ ਵਾਲੇ ਲੋਕ ਨੇ, ਹੋ ਸਕਦਾ ਕੱਲ੍ਹ ਨੂੰ ਉਹ ਵੀ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ। ਪਰ ਕੁਝ ਵੀ ਹੋਵੇ, ਰਾਸ਼ਟਰਪਤੀ ਟਰੰਪ ਦੀ ਅੱਡੀ ਅੜੀ ਨਹੀਂ। ਤੇ ਜਿਹੜੇ ਅਗਲੀ ਟਰਮ ਦੇ ਵਿੱਚ ਸੋਚ ਰਹੇ ਸੀ ਨਾ ਦੁਬਾਰਾ ਰਾਸ਼ਟਰਪਤੀ ਅਹੁਦੇ ਦੀ ਚੋਣ ਮੈਂ ਲੜਾਂਗਾ, ਕਿਉਂਕਿ ਅਮਰੀਕੀ ਸੰਵਿਧਾਨ ਕਹਿੰਦਾ ਹੈ ਕਿ ਇੱਕ ਵਿਅਕਤੀ ਸਿਰਫ 2 ਵਾਰ ਅਮਰੀਕਾ ਦਾ ਰਾਸ਼ਟਰਪਤੀ ਬਣ ਸਕਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਉਹਦੇ ਉੱਤੇ ਵੀ ਇਹਨਾਂ ਨੇ ਆਪਣੇ ਆਪ ਦੇ ਦਰਵਾਜ਼ੇ ਬੰਦ ਕਰਵਾ ਲੈਣੇ ਆ। ਅਗਲੀ ਖਬਰ ਪਾਕਿਸਤਾਨ ਵਾਲੇ ਪਾਸਿਓਂ ਖਬਰ ਮਿਲੀ ਹੈ, ਕਿਉਂਕਿ ਕਿਸੇ ਵੀ ਧਰਮ ਦੇ ਉੱਤੇ, ਕਿਸੇ ਵੀ ਧਾਰਮਿਕ ਸਥਾਨ ਦੇ ਉੱਤੇ ਭਾਵੇਂ ਕੋਈ ਵੀ ਹੋਵੇ, ਹਮਲਾ ਗਲਤ ਹੈ। ਕੱਲ੍ਹ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਸ਼੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਉੱਤੇ ਪਥਰਾਅ ਕਰਨ ਵਾਲੇ, ਭੰਨ ਤੋੜ ਕਰਨ ਵਾਲੇ ਵਿਅਕਤੀਆਂ ਨੂੰ ਸਜ਼ਾਵਾਂ ਦਿੱਤੀਆਂ ਨੇ। 3 ਵਿਅਕਤੀ ਨੂੰ ਸਜ਼ਾ ਹੋਈ ਸੀ ਅਤੇ 4 ਸਬੂਤਾਂ ਦੀ ਘਾਟ ਹੋਣ ਦੇ ਕਾਰਨ ਬਰੀ ਕਰਨੇ ਪਏ ਸਨ। ਪਰ ਆਹ ਖਬਰ ਹੈ ਕਿ ਮੰਦਿਰ ਦੀ ਭੰਨ ਤੋੜ ਹੋਈ ਸੀ। ਪਾਕਿਸਤਾਨ ਦੇ ਵਿੱਚ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਉੱਥੇ ਇੱਕ ਹਿੰਦੂ ਮੰਦਿਰ ਨੂੰ ਬਚਾਉਣ ਦੀ ਲਾਪਰਵਾਹੀ ਵਰਤਣ ਦੇ ਦੋਸ਼ੀ ਪਾਏ ਗਏ 12 ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਅਸਲ ਦੇ ਵਿੱਚ ਇੱਕ ਕੱਟੜਪੰਥੀ ਇਸਲਾਮੀ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਦੇ ਵਿੱਚ ਭੀੜ ਇਕੱਠੀ ਹੋਈ ਸੀ ਅਤੇ ਉਸ ਭੀੜ ਨੇ ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਸਥਿਤ ਇੱਕ ਮੰਦਿਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਤੇ ਸਰਕਾਰ ਨੇ ਇਸ ਘਟਨਾ ਦੇ ਸਿਲਸਿਲੇ ਵਿੱਚ 33 ਪੁਲਿਸ ਅਧਿਕਾਰੀਆਂ ਦੀ 1 ਸਾਲ ਦੀ ਸੇਵਾ ਮੁਅੱਤਲ ਕੀਤੀ ਹੈ। ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਦੇ ਵਿੱਚ ਬੀਤੇ ਵਰੇ ਦੀ 30 ਤਰੀਕ ਨੂੰ ਭੀੜ ਨੇ ਮੰਦਿਰ ਤੇ ਹਮਲਾ ਕੀਤਾ। ਇਸ ਤੋਂ ਪਹਿਲਾਂ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਦਹਾਕਿਆਂ ਪੁਰਾਣੇ ਮੰਦਿਰ ਦੀ ਨਵੀਨੀਕਰਨ ਦੇ ਵਾਸਤੇ, ਉਹਦੇ ਵਿੱਚ ਮੋਡੀਫਾਈ ਕਰਨ ਦੇ ਵਾਸਤੇ ਸਥਾਨਕ ਪੁਲਿਸ ਤੋਂ ਉਹਨਾਂ ਨੇ ਆਗਿਆ ਵੀ ਲਈ ਸੀ। ਪਰ ਭੀੜ ਨੇ ਮੰਦਿਰ ਦੇ ਪੁਰਾਣੀ ਬਿਲਡਿੰਗ ਨੂੰ ਉਸਾਰੀ ਦੇ ਨਵੀਂ ਉਸਾਰੀ ਕੀਤੀ ਜਾ ਰਹੀ ਦੇ ਨਾਲ ਢੇਰੀ ਕਰ ਦਿੱਤਾ ਤੇ ਅੱਗ ਦੇ ਹਵਾਲੇ ਕਰ ਦਿੱਤਾ ਸੀ। ਕੋਹਟ ਖੇਤਰ ਦੇ ਪੁਲਿਸ ਡਿਪਟੀ ਕਮਿਸ਼ਨਰ ਨੇ ਤੈਯਬ ਹਾਫਿਜ਼ ਚੀਮਾ, ਉਹਨਾਂ ਨੇ ਘਟਨਾ ਦੀ ਜਾਂਚ ਲਈ ਪੁਲਿਸ ਅਧਿਕਾਰੀ ਜ਼ਹੀਰ ਸ਼ਾਹ ਨੂੰ ਜਾਂਚ ਵਾਸਤੇ ਨਿਯੁਕਤ ਕਰ ਦਿੱਤਾ ਸੀ ਤੇ 1 ਹਫ਼ਤੇ ਦੇ ਅੰਦਰ ਰਿਪੋਰਟ ਮੰਗੀ ਸੀ। ਇਸ ਰਿਪੋਰਟ ਦੇ ਆਧਾਰ ਦੇ ਉੱਤੇ ਆ 12 ਪੁਲਿਸ ਅਧਿਕਾਰੀ ਬਰਖਾਸਤ ਕਰ ਦਿੱਤੇ ਹੈ। ਸੋ ਦੇਖੋ, ਭਾਵੇਂ ਉਹ ਮੁਸਲਿਮ ਕੰਟਰੀ ਹੈ, ਪਰ ਧਰਮ ਕੋਈ ਵੀ ਹੋਵੇ, ਮੈਂ ਪਹਿਲਾਂ ਵੀ ਕਹਿ ਰਿਹਾ ਸੀ, ਕਿਸੇ ਵੀ ਧਰਮ ਨੂੰ ਢਾਉਣਾ, ਕਿਸੇ ਵੀ ਧਰਮ ਦੇ ਧਾਰਮਿਕ ਸਥਾਨ ਨੂੰ ਠੇਸ ਪਹੁੰਚਾਉਣੀ, ਇਹ ਗਲਤ ਗੱਲ ਹੈ। ਸੋ ਪਹਿਲਾਂ ਗੁਰਦੁਆਰਾ ਸਾਹਿਬ ਤੇ ਹਮਲੇ ਦੇ ਦੋਸ਼ੀ ਪਾਏ ਗਏ ਤੇ ਹੁਣ ਆਹ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋਈ ਹੈ। ਤੇ ਬੀਤੇ ਦਿਨਾਂ ਦੇ ਵਿੱਚ ਕੁਝ ਉਹ ਲੋਕ ਗ੍ਰਿਫਤਾਰ ਵੀ ਕੀਤੇ ਸਨ ਜਿਨ੍ਹਾਂ ਨੇ ਮੰਦਿਰ ਨੂੰ ਅੱਗ ਦੇ ਹਵਾਲੇ ਕੀਤਾ ਸੀ। ਅਗਲੀ ਖਬਰ, ਬਹੁਤ ਸਾਰੇ ਲੋਕ ਨੇ ਟੈਸਲਾ ਗੱਡੀਆਂ ਦੇ دیਵਾਨੇ ਹੁੰਦੇ ਜਾ ਰਹੇ ਆ। ਅਸਲ ਦੇ ਵਿੱਚ ਭਵਿੱਖ ਇਹੋ ਹੀ ਹੈ, ਲੋਕ ਡੀਜ਼ਲ ਤੇ ਪੈਟਰੋਲ ਨਾਲ ਚੱਲਣ ਵਾਲੀਆਂ ਗੱਡੀਆਂ ਤੋਂ ਹੁਣ ਛੁਟਕਾਰਾ ਲੈ ਰਹੇ ਨੇ। ਇੱਕ ਤਾਂ ਜੇਬ ਤੇ ਵਜ਼ਨ ਘੱਟ ਪੈਂਦਾ ਹੈ ਤੇ ਦੂਸਰਾ ਵਾਤਾਵਰਣ ਪ੍ਰੇਮੀ ਵੀ ਨੇ ਜਿਹੜੇ ਬੈਟਰੀ ਤੇ ਚੱਲਣ ਵਾਲੀਆਂ ਗੱਡੀਆਂ ਨੂੰ ਤਰਜੀਹ ਦੇ ਰਹੇ ਨੇ।
इन्हां दे विच सब तो मोहरी नाम है टेस्ला। पर जानकारी मिल रही है कि अमरीका की आटो सेफ्टी एजेंसी नैशनल हाईवे ट्रैफिक सेफ्टी एडमिनिस्ट्रेशन ने एक फैसला किया है ਅਤੇ उस फैसले के अधीन टेस्ला नूं आख्या कि लगभग 1,58,000 कारां रीकाल करो। इस लिस्ट दे विच टेस्ला का मॉडल एस ਅਤੇ मॉडल एक्स दस्या गया है। मीडिया कंट्रोल यूनिट दे विच खामियां कारण इन्हां नूं रीकाल करने वास्ते आख्या गया है। इस खामी के कारण टच स्क्रीन डिस्पले काम सही नहीं करता ਅਤੇ इस नाल सेफ्टी रिस्क लगातार वध रहा है। बीते वरे नवंबर महीने में सुरक्षा जांच अपग्रेड तो बाद आटो सेफ्टी एजेंसी ने टेस्ला नूं यह रिक्वेस्ट की है, एक फॉर्मल लैटर भेजा है। एजेंसी ने साल 2012 तो लैके 2018 के दरम्यान दियां मॉडल एस ਅਤੇ 2016 तो 2018 मॉडल की एक्स टेस्ला गड्डी नूं रीकॉल करने की वो लैटर दे विच लिस्ट जारी की है। जांच दे विच इन्हां मॉडल्स दे विच मोटर वहीकल सेफ्टी नाल जुड़ियां खामियां पाईयां गईयां ने ਅਤੇ टेस्ला ने हाले तक इस लैटर का कोई जवाब नहीं दिता तो ना ही कोई बयान दिता है। पर टेस्ला कंपनी नूं 27 जनवरी तक नैशनल हाईवे ट्रैफिक सेफ्टी एडमिनिस्ट्रेशन नूं जवाब देना लाजमी है। जेकर टेस्ला गड्डियां नूं वापस लैण दी गल नाल सहमत नहीं है तो उसनूं एजेंसी दे कोल अपना फैसला ते उहदी पूरी जानकारी देनी पेगी। पर एजेंसी का कहना है कि टच स्क्रीन फेलियर कारण कई सेफ्टी इशू पैदा हो चुके हैं, जिस दे कारण रीयर व्यू बैकअप कैमरा ते कई होर जिहड़े फीचर ने उन्होंने नुकसान हो रहा है, जिस दे नाल सेफ्टी प्रभावित हो रही है। हुण वेखदे हां कि शायद एक अद्धे दिन दे विच टेस्ला कंपनी वालों कोई अधिकारत बयान आवेगा। अगली खबर जिस तरह मैं पहला पाकिस्तान वाले पासों वो खबर तुहाडे नाल साझी कीती है। बीते समय दे विच लगातार इस तरह दीयां बहुत सारियां घटनावां पंजाब दे विच वापरीਆਂ ने जदों गुरु ग्रंथ साहब जी की बेअदबी की गई, भावें किसी जथेबंदी वालों करवाई गई होवे, भावें किसी आम व्यक्ति वालों की गई होवे। बहुत सारिया थावां ते जांच भी चल रही ते बरगाड़ी कांड का हाले तक कोई फैसला हो नहीं सकिया। हुण ये जिहड़ियां बेअदबी दीयां घटनावां ने रुकण का हाले भी नाम नहीं लै रहीआं। आ लोहड़ी वाले दिन गुरुद्वारा श्री फतेहगढ़ साहब दे विच हुल्लड़बाजी करदे एक व्यक्ति नूं काबू करके बेअदबी होण तो बचा लिया गया सी अते इसे ही घटना के अगले दिन ही दुराहा के गुरुद्वारा दमदमा साहब दे विच धार्मिक भावनावां भड़काउण अते बेअदबी करन दी मनशा नाल पहुंचे एक शक्की व्यक्ति नूं काबू किया गया है। यह व्यक्ति लगभग 7:30 बजे दस्सिया जा रहा है कि गुरुद्वारा साहब के अंदर गया। जदों ये व्यक्ति गुरु ग्रंथ साहब जी के स्वरूप वाल वध रहा सी तां उत्थे मौजूद पाठी सिंह अते होरनां लोकां ने इस व्यक्ति नूं फड़िया, फड़ के खूब कुटापा भी चाढ़िया ते इस तो बाद इस व्यक्ति नूं पुलिस हवाले किया गया। घटना की जानकारी मिलण कारण इलाके के लोग इकट्ठे हो गए। रोस वजों थाना दुराहा का उन्होंने घेराव किया अते लोग लगातार मंग कर रहे सन कि इस व्यक्ति के खिलाफ UAPA के तहत मुकदमा दर्ज किया जाए। जदों इस घटना की सूचना पुलिस जिला खन्ना के SP नूं मिली तो वह मौके पर पहुंचे तो उन्होंने भरोसा दिता कि कुछ ही समय के अंदर अंदर FIR कट के लोगों के सामने दी जाएगी। उदों तक शांति बना के रखो। तो सिख संगतां दे वल्लों उस व्यक्ति ते दफा 302 का मामला दर्ज करने की मंग नूं लैके थाणे दे अगे रोस धरना दिता गया। संगतां थाणे दे बाहर नाम सिमरन कर रही सन अते संगतां वल्लों अपनी मंग नूं लैके धरना दिता जा रहा सी। वो कहंदे असीं ते मौके ते देख लिया, ग्रंथी सिंह ने मौका जांच लिया, भांप लिया, नहीं तो हो सकता है कि दुराहा दे इस गुरुद्वारा साहब दे विच भी गुरु ग्रंथ साहब जी की बेअदबी हो जानी सी। हुण पता नहीं ये कौन लोग ने, इन्हां दे पिछे मकसद की ने, जां किते ये तां नहीं कि उधर जिहड़ा दिल्ली दीआं बरूहां ते चल रहा संघर्ष है उहदी धार तिखी है जिहड़ी ਉਹਨੂੰ ਐਨ ਸਾਣ ਤਿੱਖੀ ਧਾਰ ਨੂੰ ਉਹਦੇ ਤੋਂ ਧਿਆਨ ਪਾਸੇ ਹਟਾਉਣ ਦੇ ਵਾਸਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹੋਣ। ਕਾਰਨ ਕੁਝ ਵੀ ਹੋਣ, ਭਾਵੇਂ ਇਹ ਲੋਕ ਕੱਲ੍ਹ ਨੂੰ ਪੇਸ਼ ਕਰ ਦਿੱਤੇ ਜਾਣ ਕਿ ਮਾਨਸਿਕ ਰੋਗੀ ਹੈ। ਤੁਹਾਨੂੰ ਯਾਦ ਹੋਣਾ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਇੱਕ ਪਿੰਡ ਵਿੱਚ ਵੀ ਇੰਜ ਹੋਇਆ ਸੀ। ਉਦੋਂ ਵੀ ਖਬਰ ਇਹੀ ਸਾਹਮਣੇ ਆਈ ਸੀ ਕਿ ਜੀ ਉਹ ਤਾਂ ਨਸ਼ੇੜੀ ਨੌਜਵਾਨ ਸੀ, ਪਟਿਆਲੇ ਦੇ ਹਸਪਤਾਲ ਵਿੱਚ ਦਵਾਈ ਲੈਣ ਗਿਆ ਸੀ, ਉੱਥੋਂ ਆ ਪਿੰਡ ਤਰਖਾਣ ਮਾਜਰਾ ਵੜਿਆ। ਵੈਸੇ ਕਮਾਲ ਦੀ ਗੱਲ ਹੈ, ਉੱਥੋਂ ਘੱਟੋ ਘੱਟ 35-40 ਕਿਲੋਮੀਟਰ ਹੈ। ਹੁਣ ਇੱਕ ਜੇ ਕਹੋ ਕਿ ਨਸ਼ੇੜੀ ਵਿਅਕਤੀ ਹੈ ਜਾਂ ਮਾਨਸਿਕ ਰੋਗੀ ਹੈ, ਉਹ ਹੋਰ ਕੁਝ ਕਿਉਂ ਨਹੀਂ ਕਰਦਾ ਬਈ? ਉਹ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਬਾਰੇ ਕਿਉਂ ਸੋਚਦਾ? ਇਹਦੇ ਪਿੱਛੇ ਡੂੰਘਾਈ ਤੇ ਗਹਿਰਾਈ ਨਾਲ ਸੋਚਣ ਦੀ ਜ਼ਰੂਰਤ ਹੈ। ਸ਼ਾਇਦ ਮਨਸ਼ੇ ਹੋਰ ਨੇ, ਮਕਸਦ ਹੋਰ ਨੇ,
भावें कोई ਇਹਦੇ ਪਿੱਛੇ ਵਿਅਕਤੀ है, पर ਜਿਹੜਾ भी है ਉਹਦੇ पर्देफाश होने बड़े लाजमी है। अगली खबर है, ਤੁਹਾਨੂੰ पता है कि पिछला सैशन बुलाउण तो ਤਾਂ सरकार भज गई सी, पर हुण पता लग रहा है कि वित्त मंत्री निर्मला सीतारमन 1 फरवरी की सवेरे 11 बजे बजट पढ़ना शुरू करनगे। इसका उन्होंने अधिकारत ऐलान कर दिता है कि 29 जनवरी को भारत के राष्ट्रपति रामनाथ कोविंद वालों संसद के दोवां सदनों में संबोधन होएगा तो इस बजट इजलास का पहला हिस्सा शुरू कर दिता जाएगा और 15 फरवरी तक फिर ये इजलास चलेगा। बजट सैशन का दूसरा हिस्सा 8 मार्च तो लैके 8 अप्रैल तक होएगा, जदों कि 16 फरवरी तो लैके 7 मार्च तक इजलास नहीं होएगा। असल दे विच महामारी काल के दौरान अर्थ व्यवस्था दे विच गिरावट लगातार आई है। इस करके वित्त मंत्री निर्मला सीतारमन लई ये बजट एक चुनौतीपूर्ण भी होना है। सरकार का मुख्य उद्देश महामारी कारण पैदा हुए आर्थिक संकट विचकार हर कीमत और आर्थिक विकास को उत्साहित करना भी हो सकता है। माहिर पहला भी सरकार को अपील कर चुके हैं कि मंग को उत्साहित करने लई कदम उठाए जाने के नाल प्रमुख खेत्रों ते खर्चों ते ध्यान केंद्रित किया जाए। वित्त मंत्री ने कहा है कि इस साल का बजट इतिहासक होएगा। इस तो यह संकेत है कि सरकार कुछ वड्डे ऐलान कर सकती है। इस साल एक वड्डी तब्दीली ये भी रहनी है कि केंद्रीय बजट 2021 कोविड-19 महामारी के कारण पूरी तरह डिजिटल होवेगा। आज़ाद भारत के इतिहास के विच ये पहला मौका 1947 तो बाद होना है जदों केंद्रीय बजट के दस्तावेज इस बार छापे नहीं जाणगे, पूर्ण तौर पर डिजिटल होएगा। सो अगली खबर जिहड़ी तुहाडे नाल साझी करनी है वो ये है कि पंजाब कैबिनेट की मीटिंग हुई है। हुण मीटिंग दे विच की आखिया पंजाब अते इस दे नाल जिन्ने भी किसान इस वक्त बैठे ने उन्हां दे सारियां दी इक्को ही मंग है, जिहड़े दिल्ली धरना दे रहे हैं कि भाई सानू कानून नहीं चाहिए। सो इस करके किसानां दे हितां दी राखी लई कई कदम चुकण ते जोर दिंदिआं पंजाब के मुख्य मंत्री कैप्टन अमरिंदर सिंह अते उन्हां दी सरकार ने अज ये साफ किया कि केंद्र सरकार वालों बनाए काले खेती कानून जो कि किसान विरोधी ने, देश विरोधी अते खुराक सुरक्षा विरोधी ने, इन्हां नूं रद्द करन तो घट कुछ भी मंजूर नहीं है। कैबिनेट ने यह भी साफ किया कि इहो कदम चुकण नाल मौजूदा समस्या का निपटारा हो सकता, अदरवाइज हल है नहीं। कैबिनेट की मीटिंग में मुख्यमंत्री कैप्टन ने यह भी कहा कि केंद्र सरकार जमीनी हकीकतों तो कोहां दूर है। मंत्रिमंडल के मैंबरों ने एक सुर के विच ऐलान किया कि मौजूदा मुश्किल हालात नाल निपटण के वास्ते खेती कानूनों को वापस लेना इक्को एक हल, इक्को एक फार्मूला है। मंत्रिमंडल ने यह भी मांग की है कि केंद्र के वलों MSP नूं किसानां दा कानूनी अधिकार बनाया जाना चाहिए, क्योंकि किसान पूरे देश का ढिड भरदे है, पर इसके बावजूद बीते किन्ने ही दिनों तो अपनी उपज का बहुत घट मुल लै रहे हैं तो उहदी हुण मंग कर रहे हैं। तो मीटिंग की शुरुआत के मौके मंत्रिमंडल ने किसानी अंदोलन दौरान फौत हो चुके किसानों की याद के 2 मिनट का मौन रखा। कैबिनेट ने यह भी कहा कि इस संघर्ष मौके होर जानी नुकसान तो बचने लई इस मसले का हल बड़ी जल्द किए जाने की लोड़ है। ये मसला किसानां अते केंद्र सरकार के विचकार 8 पड़ावां की गलबात दौरान विचारिया भी गया। ये स्पष्ट करते हुए सुप्रीम कोर्ट ने भी संघर्षशील किसानां दीआं चिंतावां नूं जायज़ मन्निया है अते उन्हां दे दर्द अते पीड़ा नूं प्रमाणित भी किया। वजारत ने कहा है कि भारत सरकार नूं इस मसले नूं वकार अते हौमे का सवाल नहीं बनाउणा चाहिए, क्योंकि जेकर यह मुद्दा अणसुलझिया रहा तो इस नाल कई दहाकियां तक भारत नूं भारी कीमत चुकाउणी पै सकती है। कैबिनेट मंत्रियां जिन्हां नाल पंजाब के कांग्रेस प्रधान सुनील जाखड़ भी सन, उन्होंने कहा कि जेकर केंद्र सरकार कानूनों में वड्डे पद्धर ते बदलाव कर सकती है तो इन्हां कानूनों नूं वापस लैण की जिदबाजी ये समझ तो बाहर है। जदों कहते 15 के विचों 12-13 असीं तब्दीलियां कर दिंदे आ, फिर पिछे रहिंदा की है? ये जिदबाजी काहदी है? एक रस्मी मते विच मंत्रिमंडल ने साफ शब्दों के विच पंजाब विधान सभा के वलों 28 अगस्त 2020 20 अक्तूबर 2020 ਨੂੰ पास किए मतिਆਂ प्रति अपनी वचनबद्धता दोहराई। इस गल ते जोर दिता कि किसानां दीआं सारियां जायज़ मंगां मन्नियां जाणियां चाहीदियां ने। मंत्रिमंडल ने केंद्र सरकार नूं यह खेती कानून रद्द करने वास्ते आख्या, क्योंकि जो भारत के संविधान तहत खेतीबाड़ी सूबाई विषय अते इस तरह घट्टो घट्ट समर्थन मुल नूं कानूनी अधिकार बनाया जाए। मंत्रिमंडल ने
ਸੁਪਰੀਮ ਕੋਰਟ ਵੱਲੋਂ ਖੇਤੀ ਕਾਨੂੰਨਾਂ ਤੇ ਰੋਕ ਲਗਾਉਣ ਦੇ ਹੁਕਮਾਂ ਦਾ ਸਵਾਗਤ ਕੀਤਾ, ਜਿਸ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ, ਭਾਰਤ ਦੇ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਜਾਇਜ਼ ਮੰਨਿਆ। ਹੁਣ ਦੇਖੋ, ਇੱਥੇ ਆ ਕੇ ਇੱਕ ਗੱਲ ਸੋਚਣ ਤੇ ਸਮਝਣ ਵਾਲੀ ਹੈ। ਇੱਕ ਪਾਸੇ ਇਸ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਇਆ ਜਾ ਰਿਹਾ ਹੈ। ਇੱਕ ਪਾਸੇ ਆਖਿਆ ਜਾ ਰਿਹਾ ਕਿ ਕੇਂਦਰ ਜ਼ਿੱਦ ਤੇ ਕਿਉਂ ਅੜਿਆ ਹੋਇਆ, ਪਰ ਆਹ ਜਿਹੜੀ ਗੱਲ ਮੰਤਰੀ ਮੰਡਲ ਨੇ ਕੀਤੀ ਕਿ ਸੁਪਰੀਮ ਕੋਰਟ ਨੇ ਜਿਹੜੇ ਇਹ ਕਾਨੂੰਨ ਹੋਲਡ ਤੇ ਪਾ ਦਿੱਤੇ ਹੈ, ਸਟੇ ਲਾ ਦਿੱਤੀ ਹੈ, ਇਹ ਉਹਨਾਂ ਨੇ ਜਾਇਜ਼ ਕੀਤਾ। ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਨੇ, ਆਹ ਮੰਗ ਤਾਂ ਕਿਸਾਨਾਂ ਦੀ ਹੈ ਹੀ ਨਹੀਂ ਕਿ ਕਾਨੂੰਨ ਨੂੰ ਹੋਲਡ ਕੀਤਾ ਜਾਵੇ, ਸਟੇ ਕੀਤਾ ਜਾਵੇ। ਕਿਸਾਨ ਤਾਂ ਇੱਕੋ ਇੱਕ ਮੰਗ ਕਰ ਰਹੇ ਹੈ ਕਿ ਸਾਨੂੰ ਇਹ ਕਾਨੂੰਨ ਚਾਹੀਦੇ ਹੀ ਨਹੀਂ। ਇੱਕ ਪਾਸੇ ਤੁਸੀਂ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕਹੀ ਜਾਂਦੇ ਹੋ ਕਿ ਕਾਨੂੰਨ ਗੈਰ ਕਾਨੂੰਨੀ ਨੇ, ਇਹ ਸੂਬਾਈ ਵਿਸ਼ਾ ਹੈ। ਦੂਸਰੇ ਪਾਸੇ ਤੁਸੀਂ ਕਹਿੰਦੇ ਹੋ ਕਿ ਸਮੱਸਿਆ ਦਾ ਇੱਕੋ ਇੱਕ ਹੱਲ ਹੈ ਕਾਨੂੰਨ ਰੱਦ ਕਰਨੇ, ਤੇ ਨਾਲ ਤੁਸੀਂ ਇੱਧਰਲੇ ਪਾਸੇ ਵੀ ਹੋ ਤੇ ਨਾਲ ਇੱਧਰਲੇ ਪਾਸੇ ਵੀ ਹੋ। ਪਾਸਾ ਤਾਂ ਇੱਕ ਕਰਨਾ ਪਏਗਾ ਨਾ। ਨਾਲੇ ਤਾਂ ਤੁਸੀਂ ਕਿਸਾਨਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੀ ਜਾਂਦੇ ਹੋ ਕਿ ਅਸੀਂ ਤੁਹਾਡੇ ਵਾਲੇ ਪਾਸੇ ਖੜੇ ਹਾਂ, ਨਾਲੇ ਦੂਸਰੇ ਪਾਸੇ ਜਿਹੜੀ ਸਟੇ ਲਾਈ ਹੈ ਉਹਦੀ ਵੀ ਤੁਸੀਂ ਹਮਾਇਤ ਕਰੀ ਜਾਂਦੇ ਹੋ। ਹੁਣ ਮੈਨੂੰ ਲੱਗਦਾ ਹੈ ਕਿ ਭਾਵੇਂ ਕੋਈ ਵੀ ਸਿਆਸੀ ਧਿਰ ਹੈ, ਉਹਨੂੰ ਇੱਕ ਪਾਸਾ ਕਰਨਾ ਪਏਗਾ। ਨਾਲ ਇਸ ਮੀਟਿੰਗ ਦੇ ਵਿੱਚ ਇਹ ਵੀ ਆਖਿਆ ਗਿਆ ਕਿ ਸਾਰੀਆਂ ਸੰਬੰਧਿਤ ਧਿਰਾਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ, ਵਿਚਾਰ ਨਾਲ ਚਰਚਾ ਕੀਤੇ ਜਾਣ ਦੀ ਲੋੜ ਹੈ, ਤਾਂ ਜੋ ਇਹਨਾਂ ਕਾਨੂੰਨਾਂ ਦੇ ਨਾਲ ਦੇਸ਼ ਭਰ ਦੇ ਕਿਸਾਨਾਂ ਦਾ ਜਿਹੜਾ ਭਵਿੱਖ ਉਜੜ ਰਿਹਾ ਹੈ ਉਹਦੇ ਉੱਤੇ ਗੌਰ ਫਰਮਾਈ ਜਾਵੇ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਹੁਣ ਮੰਤਰੀ ਮੰਡਲ ਨੇ ਵਿਸਥਾਰਪੂਰਵਕ ਵਿਚਾਰ ਵਟਾਂਦਰੇ ਤੋਂ ਬਾਅਦ ਸੁਪਰੀਮ ਕੋਰਟ ਵੱਲੋਂ 12 ਜਨਵਰੀ ਵਾਲੇ ਦਿਨ ਤਿੰਨੇ ਖੇਤੀ ਕਾਨੂੰਨਾਂ, ਕਿਸਾਨੀ ਜਿਣਸ ਵਪਾਰ ਅਤੇ ਵਣਜ ਐਕਟ, ਜ਼ਰੂਰੀ ਵਸਤਾਂ ਸੋਧ ਐਕਟ ਅਤੇ ਕਿਸਾਨਾਂ ਦੇ ਕੀਮਤਾਂ ਦੇ ਭਰੋਸੇ ਤੇ ਖੇਤੀ ਸੇਵਾਵਾਂ ਬਾਰੇ ਕਰਾਰ ਐਕਟ ਉੱਤੇ ਰੋਕ ਲਾਉਣ ਦੇ ਹੁਕਮ ਨੂੰ ਧਿਆਨ ਹਿੱਤ ਇਹ ਮੀਟਿੰਗ ਕੀਤੀ ਸੀ। ਇਸ ਮੀਟਿੰਗ ਦੇ ਵਿੱਚ ਆਹ ਗੱਲਾਂ ਬਾਤਾਂ ਕੀਤੀਆਂ। ਇੱਕ ਗੱਲ ਚੰਗੀ ਕੀਤੀ ਕਿ ਜਿਹੜੀ ਇਹ ਆਖਿਆ 2 ਮਿੰਟ ਦਾ ਮੌਨ ਰੱਖ ਕੇ ਫੌਤ ਹੋਏ ਜਿਹੜੇ ਇਸ ਅੰਦੋਲਨ ਦੇ ਵਿੱਚ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਹੈ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਗਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਆ ਉਹ ਇਹ ਹੈ ਕਿ 15 ਜਨਵਰੀ ਨੂੰ ਇੱਕ ਵਾਰ ਫਿਰ ਤੋਂ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਮੀਟਿੰਗ ਹੋਣੀ ਹੈ। ਹੁਣ ਤੱਕ ਭੰਬਲ ਭੂਸੇ ਦੀ ਸਥਿਤੀ ਬਣੀ ਹੋਈ ਸੀ, ਦੁਬਿਧਾ ਸੀ ਕਿ ਕੀ ਮੀਟਿੰਗ ਹੋਵੇਗੀ ਜਾਂ ਨਹੀਂ ਹੋਵੇਗੀ। ਕਿਸਾਨ ਆਗੂ ਨੂੰ ਜਦੋਂ ਪੁੱਛਿਆ ਜਾਂਦਾ ਸੀ ਉਹ ਵੀ ਕਹਿੰਦੇ ਸੀ ਅਸੀਂ ਤਿਆਰ ਹਾਂ, ਜੇ ਸਰਕਾਰ ਸੱਦੇਗੀ ਤਾਂ ਜਾਵਾਂਗੇ। ਹੁਣ ਇਸੇ ਮੁੱਦੇ ਨੂੰ ਲੈ ਕੇ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਦੇ ਵਿਚਕਾਰ ਆ 15 ਤਰੀਕ ਨੂੰ 9ਵੇਂ ਦੌਰ ਦੀ ਗੱਲਬਾਤ ਹੋਣੀ ਹੈ। ਦਿੱਲੀ ਦੇ ਵਿਗਿਆਨ ਭਵਨ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੁਪਹਿਰ 12 ਵਜੇ ਇਹ ਬੈਠਕ ਹੋਏਗੀ। ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਹੋਣ ਵਾਲੀ ਬੈਠਕ ਨੂੰ ਲੈ ਕੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਸ 9ਵੇਂ ਦੌਰ ਦੀ ਹੋਣ ਵਾਲੀ ਗੱਲਬਾਤ ਵਿੱਚ ਕੋਈ ਸਕਾਰਾਤਮਕ ਗੱਲਬਾਤ ਹੋਏਗੀ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਖੁੱਲ੍ਹੇ ਦਿਲ ਦੇ ਨਾਲ 15 ਜਨਵਰੀ ਨੂੰ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ। ਦੱਸਣਾ ਬਣਦਾ ਕਿ ਕਿਸਾਨੀ ਮੁੱਦਾ ਸੁਪਰੀਮ ਕੋਰਟ ਪਹੁੰਚ ਚੁੱਕਿਆ ਹੈ। ਸੁਪਰੀਮ ਕੋਰਟ ਨੇ ਇਸ ਮੁੱਦੇ ਨੂੰ ਸੁਲਝਾਉਣ ਲਈ ਕੇਂਦਰ ਵੱਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਤੇ ਅਗਲੇ ਹੁਕਮਾਂ ਤੱਕ ਰੋਕ ਲਾਈ ਹੈ। ਇਸ ਦੇ ਨਾਲ ਹੀ 4 ਮੈਂਬਰੀ ਕਮੇਟੀ ਬਣਾਈ ਸੀ, ਪਰ ਇਸ ਕਮੇਟੀ ਦਾ ਕਿਸਾਨ ਵਿਰੋਧ ਕਰ ਰਹੇ ਨੇ ਕਿਉਂਕਿ ਕਮੇਟੀ ਵਿੱਚ ਜੋ ਮੈਂਬਰ ਨੇ ਉਹ ਖੇਤੀ ਕਾਨੂੰਨਾਂ ਦਾ ਹੁਣ ਤੱਕ ਆਪੋ ਆਪਣੇ ਤਰੀਕੇ ਨਾਲ ਸਮਰਥਨ ਕਰ ਚੁੱਕੇ ਆ। ਇਸੇ ਦੌਰਾਨ ਇਹ ਵੀ ਇੱਕ ਵੱਡੀ ਖਬਰ ਹੈ ਕਿ ਸੁਪਰੀਮ ਕੋਰਟ ਵੱਲੋਂ ਬਣਾਈ ਗਈ ਕਮੇਟੀ ਦੇ ਵਿੱਚੋਂ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ, ਉਹਨਾਂ ਨੇ ਇਸ ਕਮੇਟੀ ਤੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਆਲ ਇੰਡੀਆ ਕਿਸਾਨ ਤਾਲਮੇਲ ਕਮੇਟੀ ਦੇ ਚੇਅਰਮੈਨ ਨੇ। ਉਹ ਦੱਸਣਾ ਬਣਦਾ ਹੈ ਕਿ ਰਾਜ ਸਭਾ ਮੈਂਬਰ ਵੀ ਰਹਿ ਚੁੱਕੇ ਹੈ ਅਤੇ ਉਹਨਾਂ ਨੇ ਕਿਸਾਨ ਹਿੱਤ ਵਿੱਚ ਇਹ ਕਹਿੰਦੇ ਫੈਸਲਾ ਲਿਆ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਦਿਨ ਤੋਂ 12 ਜਨਵਰੀ ਤੋਂ ਜਿਸ ਦਿਨ ਦਾ ਉਹਨਾਂ ਦਾ ਨਾਮ ਉਸ ਕਮੇਟੀ ਵਿੱਚ ਪਾਇਆ ਸੀ ਉਹ ਕਾਫੀ ਤਣਾਅ ਵਿੱਚ ਸਨ, ਕਿਉਂਕਿ ਲਗਾਤਾਰ ਇਸ ਕਮੇਟੀ ਮੈਂਬਰਾਂ ਦਾ ਵਿਰੋਧ ਹੋ ਰਿਹਾ ਸੀ। ਉਸ ਦਿਨ ਤੋਂ ਕਿਸੇ ਨਾਲ ਉਹ ਸੰਪਰਕ ਵੀ ਕਰਨਾ ਜਾਇਜ਼ ਨਹੀਂ ਸਨ ਸਮਝ ਰਹੇ। ਹੁਣ ਦੱਸਣਾ ਬਣਦਾ ਕਿ ਖੇਤੀ ਕਾਨੂੰਨਾਂ ਦੇ ਖਿਲਾਫ ਦਿੱਲੀ ਦੀਆਂ ਸਰਹੱਦਾਂ ਤੇ ਅੰਦੋਲਨ ਕਰ ਰਿਹਾ ਕਿਸਾਨ। 50 ਦਿਨ ਹੋ ਚੁੱਕੇ ਹੈ, ਕਿਸਾਨ ਕੜਾਕੇ ਦੀ ਠੰਡ ਦੇ ਵਿੱਚ ਡਟੇ ਬੈਠੇ ਹੈ ਤੇ ਸਰਕਾਰ ਉਹਨਾਂ ਨਾਲ 8 ਮੀਟਿੰਗਾਂ ਕਰ ਚੁੱਕੀ ਹੈ, ਸਾਰੀਆਂ ਬੇਸਿੱਟਾ ਰਹੀਆਂ ਨੇ। ਹੁਣ ਕੱਲ 9ਵੇਂ ਦੌਰ ਦੀ ਮੀਟਿੰਗ ਹੋਣੀ ਹੈ, ਵੇਖਣਾ ਹੈ ਕਿ ਇਸ ਮੀਟਿੰਗ ਵਿੱਚ ਕੋਈ ਸਿੱਟਾ ਨਿਕਲਦਾ ਜਾਂ ਨਹੀਂ। ਪਰ ਮੈਨੂੰ ਲੱਗਦਾ ਹੈ ਕਿ ਸਿੱਟਾ ਕੀ ਨਿਕਲਦਾ ਹੈ। ਤੁਸੀਂ ਦੇਖੋ ਕਿ ਪਿਛਲੀਆਂ ਮੀਟਿੰਗਾਂ ਵਿੱਚ ਕਹਿੰਦੇ ਸੀ ਕਿ ਕਾਨੂੰਨ ਰੱਦ ਨਹੀਂ ਹੋਣੇ, ਜਿੱਦ ਤੇ ਅੜੇ ਹੋਏ ਨੇ।
ਕਹਿੰਦੇ ਤੁਸੀਂ ਸੁਪਰੀਮ ਕੋਰਟ ਜਾਓ, ਸੁਪਰੀਮ ਕੋਰਟ ਨੇ ਆਲਰੇਡੀ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ 2 ਮਹੀਨਿਆਂ ਤੱਕ ਇਹਦੇ ਉੱਤੇ, ਕਿਉਂਕਿ ਉਹਨਾਂ ਨੇ ਕਿਹਾ ਕਿ 2 ਮਹੀਨਿਆਂ ਦੇ ਵਿੱਚ ਸਿਫਾਰਿਸ਼ਾਂ ਹੋਣਗੀਆਂ, ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ। ਫਿਰ ਕੱਲ੍ਹ ਦੀ ਮੀਟਿੰਗ ਦੇ ਵਿੱਚ ਤਾਂ ਮੈਨੂੰ ਲੱਗਦਾ ਇੰਝ ਹੀ ਹੋਣਾ, ਸਰਕਾਰ ਆਪਣੀਆਂ ਹੋਰ ਕੁਝ ਗੱਲਾਂ ਦੱਸਣ ਦੀ ਕੋਸ਼ਿਸ਼ ਕਰੇਗੀ, ਪਰ ਕਿਸਾਨ ਆਗੂ ਕਹਿੰਦੇ ਅਸੀਂ ਇਸ ਬਣਾਈ ਕਮੇਟੀ ਦੇ ਖਿਲਾਫ ਆਪਣੀਆਂ ਗੱਲਾਂ ਤੇ ਆਪਣੀਆਂ ਭਾਵਨਾਵਾਂ ਸਰਕਾਰ ਨਾਲ ਸਾਂਝੀਆਂ ਕਰਾਂਗੇ, ਜਾਵਾਂਗੇ ਜ਼ਰੂਰ, ਵੇਖਦੇ ਹਾਂ ਕਿ ਹੁੰਦਾ ਕੀ ਹੈ। ਪਰ ਇਸ ਦੀ ਕੱਲ੍ਹ ਜਿਹੜੀ ਹੋਣ ਵਾਲੀ ਮੀਟਿੰਗ ਹੈ ਉਹਦੇ ਤੋਂ ਪਹਿਲਾਂ ਕਿਸਾਨ ਆਗੂ ਨੇ ਰਾਕੇਸ਼ ਟਕੈਤ, ਉਹਨਾਂ ਨੇ ਇੱਕ ਬਹੁਤ ਵੱਡਾ ਬਿਆਨ ਦਿੱਤਾ ਹੈ। ਉਹ ਕਹਿੰਦੇ ਹੋ ਸਕਦਾ ਜਿਹੜੀ ਕੱਲ੍ਹ ਨੂੰ ਭਾਵ 15 ਜਨਵਰੀ ਦੀ ਮੀਟਿੰਗ ਹੈ ਇਹ ਆਖਰੀ ਮੀਟਿੰਗ ਵੀ ਹੋ ਸਕਦੀ ਹੈ ਸਰਕਾਰ ਦੇ ਨਾਲ। ਉਹ ਕਹਿੰਦੇ ਪ੍ਰਦਰਸ਼ਨ ਕਰ ਰਹੇ ਹਾਂ ਅਸੀਂ ਹੁਣ ਤੱਕ 8 ਮੀਟਿੰਗਾਂ ਕਰ ਚੁੱਕੇ ਤੇ 9ਵੇਂ ਗੇੜ ਦੀ ਗੱਲਬਾਤ ਵਿੱਚ ਜਾਵਾਂਗੇ। ਉਹਨਾਂ ਕਿਹਾ ਕਿ ਮਸਲਾ ਸੁਲਝਾਉਣ ਲਈ ਗੱਲਬਾਤ ਜਾਰੀ ਰੱਖਣਾ ਅਤੇ ਅੰਦੋਲਨ ਸਮਾਪਤ ਕਰਨ ਵਾਸਤੇ ਜ਼ਰੂਰੀ ਹੈ। ਪਰ ਇਹ ਪੁੱਛੇ ਜਾਣ ਤੇ ਕਿ ਕੀ ਕਿਸਾਨ ਸੰਗਠਨਾਂ ਨੂੰ ਜਿਹੜੀ ਬੈਠਕ ਹੋਣ ਜਾ ਰਹੀ ਹੈ ਸ਼ੁੱਕਰਵਾਰ ਵਾਲੇ ਦਿਨ ਕੋਈ ਉਮੀਦ ਹੈ, ਤਾਂ ਰਾਕੇਸ਼ ਟਕੈਤ ਕਹਿੰਦੇ ਵੇਖਦੇ ਹਾਂ ਕਿ ਕੱਲ੍ਹ ਹੁੰਦਾ ਕੀ ਹੈ। ਪਰ ਸਾਡੀਆਂ ਬੈਠਕਾਂ ਸਰਕਾਰ ਨਾਲ ਉਦੋਂ ਤੱਕ ਜਾਰੀ ਰਹਿਣਗੀਆਂ ਜਦੋਂ ਤੱਕ ਸਾਡਾ ਵਿਰੋਧ ਖਤਮ ਨਹੀਂ ਹੁੰਦਾ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਅਸੀਂ ਸਰਕਾਰ ਨਾਲ ਬੈਠਕਾਂ ਦਾ ਵਿਰੋਧ ਨਹੀਂ ਕਰਾਂਗੇ। ਅੰਤ 'ਚ ਉਹਨਾਂ ਇਹ ਵੀ ਕਿਹਾ ਕਿ ਸਰਕਾਰ ਕੱਲ੍ਹ ਕੋਈ ਹੱਲ ਨਾ ਕੱਢਿਆ ਤਾਂ ਹੋ ਸਕਦਾ ਕਿ ਸਰਕਾਰ ਨਾਲ 9ਵੇਂ ਗੇੜ ਦੀ ਇਹ ਗੱਲਬਾਤ ਆਖਰੀ ਗੱਲਬਾਤ ਹੋ ਨਿਬੜੇ। ਤੇ ਉਧਰ ਕੇਂਦਰ ਸਰਕਾਰ ਵੱਲੋਂ ਜਿਹੜੇ ਪਾਸ ਕੀਤੇ ਖੇਤੀ ਕਾਨੂੰਨ ਨੇ ਇਹਨਾਂ ਦੇ ਖਿਲਾਫ ਸੰਘਰਸ਼ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਤੇ 50 ਦਿਨ ਬੀਤ ਚੁੱਕੇ ਨੇ। ਇਸੇ ਦੌਰਾਨ ਸਰਕਾਰ ਇਹਨਾਂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰ ਚੁੱਕੀ ਹੈ। ਇਸ ਸਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਕੈਤ ਨੇ ਸਰਕਾਰ ਦੇ ਅੜੀਅਲ ਰਵੱਈਏ ਤੇ ਟਿੱਪਣੀ ਕੀਤੀ ਹੈ ਅਤੇ ਕਿਹਾ ਕਿ ਜੇਕਰ ਸਰਕਾਰ ਸੱਤਾ ਵਿੱਚ 5 ਸਾਲ ਰਹਿ ਸਕਦੀ ਹੈ ਤਾਂ ਕਿਸਾਨ ਅੰਦੋਲਨ 5 ਸਾਲ ਫਿਰ ਕਿਉਂ ਨਹੀਂ ਚੱਲ ਸਕਦਾ। ਕਹਿਣ ਦਾ ਭਾਵ ਕਿ 2024 ਤੱਕ ਵੀ ਸਾਨੂੰ ਸੰਘਰਸ਼ ਕਰਨਾ ਪਿਆ ਤੇ ਅਸੀਂ ਕਰਾਂਗੇ, ਪਰ ਕਾਨੂੰਨ ਰੱਦ ਕਰਵਾਏ ਬਗੈਰ ਅਸੀਂ ਵਾਪਸ ਨਹੀਂ ਜਾਣਾ। ਉਹ ਇੱਕ ਪ੍ਰੈਸ ਕਾਨਫਰੰਸ ਨੂੰ ਅਸਲ ਦੇ ਵਿੱਚ ਸੰਬੋਧਨ ਕਰ ਰਹੇ ਸਨ। ਉਹਨਾਂ ਵੱਲੋਂ ਕਿਸਾਨੀ ਅੰਦੋਲਨ ਦੀ ਮਿਆਦ ਬਾਰੇ ਪੁੱਛੇ ਸਵਾਲ ਦਾ ਉਹਨਾਂ ਨੇ ਇਹ ਜਵਾਬ ਦਿੱਤਾ ਸੀ ਕਿ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਘਰਾਂ ਨੂੰ ਵਾਪਸ ਨਹੀਂ ਪਰਤਾਂਗੇ। ਉਹਨਾਂ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਤਾਂ ਕਰਦੇ ਹੈ, ਪਰ ਅਦਾਲਤ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਬਣਾਈ ਗਈ ਕਮੇਟੀ ਤੋਂ ਬਿਲਕੁਲ ਖੁਸ਼ ਨਹੀਂ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਕਿਸਾਨੀ ਅੰਦੋਲਨ ਜਾਰੀ ਰਹੇਗਾ। ਹੁਣ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਖਬਰਾਂ ਮਿਲ ਰਹੀਆਂ ਨੇ ਕਿ 26 ਜਨਵਰੀ ਨੂੰ ਜਿਹੜੀ ਟਰੈਕਟਰ ਰੈਲੀ ਕੱਢੀ ਜਾਣੀ ਹੈ ਉਹਦੇ ਵਾਸਤੇ ਰਿਹਰਸਲਸ ਵੀ ਚੱਲ ਰਹੀਆਂ ਨੇ, ਉਹਦੇ ਵਾਸਤੇ ਤਿਆਰੀਆਂ ਵੀ ਹੋ ਰਹੀਆਂ ਨੇ। ਪਿੰਡੋਂ ਪਿੰਡ ਪਹਿਲਾਂ ਟਰੈਕਟਰ ਰੈਲੀਆਂ ਕਈ ਪਿੰਡਾਂ ਦੇ ਵਿੱਚ ਕੱਢ ਕੇ ਦੇਖਿਆ ਜਾ ਰਿਹਾ, ਪਰਖਿਆ ਜਾ ਰਿਹਾ, ਜੋਖਿਆ ਜਾ ਰਿਹਾ ਕਿ ਉੱਥੇ ਦੀ ਰੈਲੀ ਦਾ ਰੰਗ ਹੋਵੇਗਾ ਕਿਹੋ ਜਿਹਾ। ਰੰਗ ਤਾਂ ਚੋਖਾ ਹੀ ਹੋਣਾ ਹੈ। ਜਿਸ ਤਰੀਕੇ ਨਾਲ ਇਹ ਹੁਣ ਅੰਦੋਲਨ ਪੰਜਾਬ ਤੋਂ ਉੱਠਿਆ, ਭਾਰਤ ਤੋਂ ਉੱਠਿਆ, ਇਹ ਸਮੁੱਚੀ ਦੁਨੀਆ ਵਿੱਚ ਫੈਲ ਚੁੱਕਿਆ ਹੈ। ਆਉਣ ਵਾਲੇ ਐਤਵਾਰ ਨੂੰ ਟਰੈਕਟਰ ਰੈਲੀ ਲਹਿੰਗਲੀ ਵਿੱਚ ਵੀ ਹੋਣ ਜਾ ਰਹੀ ਹੈ। ਕੋਸ਼ਿਸ਼ ਕਰਾਂਗੇ ਕਿ ਉਹ ਰੈਲੀ ਵੀ ਤੁਹਾਡੇ ਤੱਕ ਪੁੱਜਦੀ ਕੀਤੀ ਜਾ ਸਕੇ। ਸੋ ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ ਤੇ ਉਹਨਾਂ ਤੇ ਖੁੱਲੇ ਦਿਲ ਦੇ ਨਾਲ ਵਿਸਥਾਰ ਨਾਲ ਗੱਲਬਾਤ। ਜੇਕਰ ਇਹ ਗੱਲਬਾਤ ਚੰਗੀ ਲੱਗੀ, ਲਾਈਕ ਕਰਨਾ, ਸ਼ੇਅਰ ਕਰਨਾ ਨਾ ਭੁੱਲਿਓ। ਆਪਣੇ ਕੀਮਤੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਛੱਡਿਓ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ। ਸੋ ਇਸ ਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।